स्टूडेंट अपना न्यू टॉपिक है 2.2 द मेकिंग ऑफ manuscript. All books in Mughal India were manuscript, that is they were handwritten. The center of manuscript productions was the imperial Kitabkhana. Although Kitabkhana had been translated as library, it was scriptums, that is a place where the entire collection of manuscript was kept and new manuscripts were produced. ਕਹਿੰਦੇ ਕਿ ਮੁਗਲ ਟਾਈਮ ਪੀਰੀਅਡ ਦੇ ਵਿੱਚ ਜਿਹੜੀਆਂ ਸਾਰੀਆਂ ਕਿਤਾਬਾਂ ਸੀਗੀਆਂ ਇੱਕ ਰਿਟਨ ਫਾਰਮ ਦੇ ਵਿੱਚ ਸੀਗੀਆਂ ਔਰ ਇੱਕ ਜਗ੍ਹਾ ਇਕੱਠੀਆਂ ਕਰਕੇ ਰੱਖੀਆਂ ਜਾਂਦੀਆਂ ਸੀਗੀਆਂ ਸਾਰੇ ਇੰਪੀਰੀਅਲ ਦੀਆਂ ਕਿਤਾਬਾਂ, ਜਿਹਨੂੰ ਕਿ ਕਿਤਾਬਖਾਨਾ ਕਿਹਾ ਜਾਂਦਾ ਸੀਗਾ। ਕਿਤਾਬਖਾਨਾ ਜਿਹਨੂੰ ਟ੍ਰਾਂਸਲੇਟ ਕੀਤਾ ਗਿਆ ਲਾਇਬ੍ਰੇਰੀ, ਔਰ ਸਾਰੇ ਇੰਪਾਇਰ ਦੀਆਂ ਜਿਹੜੀਆਂ ਹਿਸਟਰੀ ਸੀਗੀ ਕਲੈਕਸ਼ਨ ਕਰਕੇ ਰੱਖੀ ਗਈ ਸੀਗੀ। The creation of manuscript involved number of people performing a variety of tasks. Paper maker were needed to prepare the polish and manuscript, subscribe a calligrapher to copy the text, gilder illuminate the page, painter to illustrate screen of the text. ਕਾਫੀ ਪੀਪਲ ਸੀਗੇ ਜਿਹੜੇ ਇਸ 'ਤੇ ਕੰਮ ਕਰਦੇ ਸੀਗੇ ਕਿਤਾਬ ਬਣਾਉਣ ਨੂੰ ਪ੍ਰਪੇਅਰ ਕਰਨ ਦੇ ਲਈ। ਮੈਨੂਸਕ੍ਰਿਪਟ ਜਿਹੜਾ ਲਿਖਣ ਵਾਲਾ ਕੈਲੀਗ੍ਰਾਫਰ ਲਿਖਣ ਵਾਲਾ ਅਲੱਗ ਹੁੰਦਾ ਸੀਗਾ, ਬੁੱਕ ਬਾਈਂਡਰ ਕਰਨ ਵਾਲਾ ਅਲੱਗ, ਔਰ ਉੱਪਰ ਜਿਹੜੇ ਖਾਲੀ ਪੇਜ ਛੱਡੇ ਜਾਂਦੇ ਸੀਗੇ ਉਹਦੇ ਵਿੱਚ ਪੇਂਟਿੰਗ ਕੀਤੀ ਜਾਂਦੀ ਸੀਗੀ ਜੋ ਪੇਂਟਰ ਦੁਆਰਾ ਕੀਤੀ ਜਾਂਦੀ ਸੀਗੀ। ਦਾ ਫਿਨਿਸ਼ਡ ਮੈਨੂਸਕ੍ਰਿਪਟ ਵਾਸ ਸੀਨ ਦ ਪ੍ਰੀਵੀਅਸ ਸਬਜੈਕਟ ਆਫ ਵਰਕ ਇੰਟਲੈਕਚੁਅਲ ਵੈਲਥ ਐਂਡ ਬਿਊਟੀ। ਮੈਨੂਸਕ੍ਰਿਪਟ ਨੂੰ ਇੰਟਲੈਕਚੁਅਲ ਵਧੀਆ ਤਰੀਕੇ ਨਾਲ ਦਿਖਾਉਣ ਦੇ ਲਈ ਕਾਫੀ ਜਿਹੜਾ ਉੱਪਰ ਪੈਸਾ ਲਗਾਇਆ ਜਾਂਦਾ ਸੀਗਾ। It is implied of the power of the patron of the Mughal empire to bring such beauty into the being. ਇਹ ਖੂਬਸੂਰਤੀ ਵੱਲ ਜਿਹੜਾ ਸੀ ਕਾਫੀ ਧਿਆਨ ਦਿੱਤਾ ਜਾਂਦਾ ਸੀ। At the same time, some of people involved in actual production in the manuscript also got reorganized in the form of title and award of these calligraphers and painter held to high of social standing, while others such as the paper maker, book binder have remained anonymous artisans. ਪੀਪਲ ਨੂੰ ਕੰਮ ਕਰਨ ਦੇ ਉੱਪਰ ਜਿਹੜਾ ਵਧੀਆ ਤਰੀਕੇ ਨਾਲ ਕੰਮ ਕਰਦਾ ਸੀਗਾ, ਕੈਲੀਗ੍ਰਾਫਰ ਵਧੀਆ ਤਰੀਕੇ ਨਾਲ ਲਿਖਦਾ ਸੀਗਾ, ਉਸ ਨੂੰ ਜਿਹੜਾ ਸਮਾਜ ਦੇ ਵਿੱਚ ਹਾਈ ਸਟੈਂਡਿੰਗ ਮੰਨਿਆ ਜਾਂਦਾ ਸੀਗਾ। ਕੈਲੀਗ੍ਰਾਫਰ ਦਾ ਆਰਟ ਹੈਂਡ ਰਾਈਟਿੰਗ ਇਜ਼ ਅ ਕੰਸੀਡਰਡ ਸਕਿੱਲ ਗ੍ਰੇਟ ਇੰਪੋਰਟੈਂਸ। ਕੈਲੀਗ੍ਰਾਫਰ ਨੂੰ ਜਿਹੜਾ ਹੱਥ ਨਾਲ ਲਿਖਣ ਵਾਲੇ ਕੰਮ ਕਰਨ ਨੂੰ ਇੱਕ ਸਕਿੱਲ, ਇੱਕ ਕਲਾ ਮੰਨੀ ਜਾਂਦੀ ਸੀਗੀ ਔਰ ਗ੍ਰੇਟ ਇੰਪੋਰਟੈਂਸ ਦਿੱਤੀ ਜਾਂਦੀ ਸੀਗੀ। ਇਟ ਇਜ਼ ਵਾਜ਼ ਦਾ ਪ੍ਰੈਕਟਾਈਜ਼ ਯੂਜ਼ਿੰਗ ਡਿਫਰੈਂਟ ਸਟਾਈਲ। ਅਕਬਰ ਫੇਵਰੇਟ ਵਾਜ਼ ਦਾ ਫਲੂਇਡ ਸਟਾਈਲ। ਅਲੱਗ-ਅਲੱਗ ਸ਼ੈਲੀਆਂ ਦੇ ਨਾਲ ਲਿਖਿਆ ਜਾਂਦਾ ਸੀਗਾ ਔਰ ਅਕਬਰ ਨੂੰ ਫਲੂਇਡ ਸਟਾਈਲ ਜਿਹੜਾ ਕਾਫੀ ਪਸੰਦ ਸੀਗਾ। ਔਰ ਕਹਿੰਦੇ ਕਿ ਇਸ ਨੂੰ 10 mm ਕੋਲਡ ਕਲਮ ਹੁੰਦੀ ਸੀ ਕਿ 10 mm ਦੀ ਕਲਮ ਹੁੰਦੀ ਸੀਗੀ, ਜਿਹਨੂੰ ਕਿ ਕਾਰਬਨ ਇੰਕ ਸ਼ਾਹੀ ਦੇ ਨਾਲ ਜਿਹੜਾ ਭਿਉਂ ਕੇ ਲਿਖਿਆ ਜਾਂਦਾ ਸੀ। ਅੱਗੇ ਟੌਪਿਕ ਨੰਬਰ 3 ਦ ਪੇਂਟਡ ਇਮੇਜ। ਐਜ਼ ਵੀ ਰੀਡ ਇਨ ਦਾ ਪ੍ਰੀਵੀਅਸ ਸੈਕਸ਼ਨ, ਪੇਂਟਰ ਟੁਕ ਵੇਅਰ ਇਨਵੋਲਵ ਦਾ ਪ੍ਰੋਡਕਸ਼ਨ ਆਫ ਮੁਗਲ ਮੈਨੂਸਕ੍ਰਿਪਟ। ਕਹਿੰਦਾ ਕਿ ਤੁਸੀਂ ਪਿਛਲੇ ਸੈਕਸ਼ਨ ਦੇ ਵਿੱਚ ਪੜ੍ਹਿਆ ਕਿਵੇਂ ਇੱਕ ਪੇਂਟ ਕੀਤਾ ਜਾਂਦਾ ਸੀਗਾ ਔਰ ਮੁਗਲ ਟਾਈਮ ਪੀਰੀਅਡ ਦੇ ਵਿੱਚ ਮੈਨੂਸਕ੍ਰਿਪਟ ਜਿਹੜੀ ਹੱਥ ਨਾਲ ਲਿਖਣ ਦਾ ਕੰਮ ਕਿਵੇਂ ਕੀਤਾ ਜਾਂਦਾ ਸੀਗਾ। ਕਰਨੌਲੀਜ਼ ਨਰੇਟਿੰਗ ਦ ਇਵੈਂਟਸ ਆਫ ਦ ਮੁਗਲ ਐਮਪਾਇਰ ਰਿਜ਼ਾਈਨ ਕੰਟੇਨਡ ਅਲੋਂਗਸਾਈਡ ਦਾ ਰਿਟਨ ਟੈਕਸਟ। ਇਤਿਹਾਸਕਾਰ ਕਹਾਣੀ ਨੂੰ ਨਰੇਟ ਕਰਨ ਦੇ ਲਈ, ਇਵੈਂਟ ਕਰਨ ਦੇ ਲਈ ਉਸ ਨੂੰ ਰਿਟਨ ਟੈਕਸਟ ਦੇ ਵਿੱਚ ਨਾਲ ਲਿਖਣ ਦੇ ਨਾਲ ਅਮੇਜ਼ ਡੈਟ ਡਿਸਕ੍ਰਾਈਬ ਇਵੈਂਟ ਵਿਜ਼ੂਅਲ ਫਾਰਮ। ਜਿਹੜੀ ਚੀਜ਼ ਉਹਨੇ ਜਿਹੜਾ ਇਤਿਹਾਸ ਜਿਹੜਾ ਰਿਟਨ ਲਿਖਿਆ ਹੁੰਦਾ ਆ ਉਸ ਨੂੰ ਡਿਸਕ੍ਰਾਈਬ ਕਰਨ ਦੇ ਲਈ ਅਮੇਜ਼ ਬਣਾਏ ਜਾਂਦੇ ਆ ਵਿਜ਼ੂਅਲ ਫਾਰਮ ਦੇ ਲਈ। ਵੈਨ ਸੀਨਸ ਆਫ ਥੀਮ ਇਨ ਦ ਬੁੱਕ ਵੇਅਰ ਟੂ ਬੀ ਗਿਵਨ ਵਿਜ਼ੂਅਲ ਐਕਸਪੀਰੀਅੰਸ, ਦ ਸਕ੍ਰਾਈਬ ਲੈਫਟ ਬਲੈਂਕਸ space or near with pages. Painting executed separately by artists were interested to accompany what was described in word. ਕਹਿੰਦੇ ਕਿ ਕੁਝ ਜਿਹੜੀ ਕਿਤਾਬ ਦੇ ਉੱਪਰ ਲਿਖਣ ਤੋਂ ਬਾਅਦ ਕੁਝ ਪੇਜ ਜਿਹੜੇ ਖਾਲੀ ਛੱਡ ਦਿੱਤੇ ਜਾਂਦੇ ਸੀਗੇ, ਜਿਹਦੇ ਉੱਪਰ ਪੇਂਟਿੰਗ ਬਣਾ ਕੇ ਉਸ ਨੂੰ ਡਿਸਕ੍ਰਾਈਬ ਕੀਤਾ ਜਾਂਦਾ ਸੀ। ਆਰਟਿਸਟ
ਕਈ ਚੀਜ਼ਾਂ ਜਿਹੜੇ ਸੀਗੇ ਜਿਹੜੇ ਲਿਖਣ ਵਾਲੇ ਹੁੰਦੇ ਆ ਕਈ ਚੀਜ਼ਾਂ ਡਿਸਕ੍ਰਾਈਬ ਨਹੀਂ ਕਰ ਪਾਉਂਦੇ ਵਰਡ ਦੇ ਵਿੱਚ, ਉਹਨੂੰ ਪੇਂਟਿੰਗ ਬਣਾ ਕੇ ਡਿਸਕ੍ਰਾਈਬ ਕਰਦੇ ਆ। ਦਿਸ ਪੇਂਟਿੰਗ ਵੇਅਰ ਮੈਮਟੀਅਸ ਐਂਡ ਦਾ ਕੁਡ ਦੇਅਰਫੋਰ ਪਾਸ ਅਰਾਊਂਡ ਦਾ ਵਿਊਇੰਗ ਐਂਡ ਦਾ ਮਾਊਂਟਿੰਗ on the page of manuscript। ਪੇਂਟਿੰਗ ਫਾਰਮ ਵਿਜ਼ੂਅਲ ਫਾਰਮ ਦੇ ਲਈ ਬਣਾਈ ਜਾਂਦੀ ਆ ਕਿ ਕੋਈ ਚੀਜ਼ ਜਿਹੜੇ ਵਰਡ ਦੀ ਨਹੀਂ ਸਮਝ ਲੱਗਦੀ ਤਾਂ ਉਹ ਪੇਂਟਿੰਗ ਨੂੰ ਦੇਖ ਕੇ ਸਮਝ ਲੱਗ ਸਕੇ। ਪੇਂਟਿੰਗ ਸਰਵਾਈਵ ਨਾਟ ਓਨਲੀ essence of the beauty of book but were believed possess the special power of communicating idea about the kingdom and the power of king in way that written medium could not। ਪੇਂਟਿੰਗ ਜਿਹੜੀ ਆ ਉਹ ਇਕੱਲੀ ਬੁੱਕ ਨੂੰ ਖੂਬਸੂਰਤ ਬਣਾਉਣ ਦੇ ਲਈ ਨਹੀਂ ਵਰਤੀ ਜਾਂਦੀ, ਕੁਝ ਸਪੈਸ਼ਲ ਪਾਵਰਸ ਜਾਂ ਕਮਿਊਨੀਕੇਟਿੰਗ ਆਈਡੀਆ ਨੂੰ ਕਿੰਗਡਮ ਦੇ ਆਈਡੀਆ ਨੂੰ ਦਰਸਾਉਣ ਦੇ ਲਈ, ਪਾਵਰ ਦੇ ਕਿੰਗ ਨੂੰ ਦਰਸਾਉਣ ਦੇ ਲਈ ਇਸ ਨੂੰ ਬਣਾਇਆ ਜਾਂਦਾ ਸੀਗਾ। ਦ ਹਿਸਟੋਰੀਅਨ ਅਬੁਲ ਫਜ਼ਲ ਡਿਸਕ੍ਰਾਈਬਿੰਗ ਪੇਂਟਿੰਗ ਹੈਜ਼ ਅ ਮੈਜੀਕਲ ਆਰਟ। ਅਬੁਲ ਫਜ਼ਲ ਨੇ ਡਿਸਕ੍ਰਾਈਬ ਕੀਤਾ ਸੀਗਾ ਪੇਂਟਿੰਗ ਕਿ ਇੱਕ ਜਾਦੂਈ ਕਲਾ ਆ। ਇਨ ਹਿਸ ਵਿਊ ਦੈਟ ਇਜ਼ ਅ ਪਾਵਰ ਟੂ ਮੇਕ ਇਨਿਮੇਟ ਆਬਜੈਕਟ ਲੁੱਕ ਦੇਅਰ ਆਪੋਜ਼ਿਟ ਆਫ ਲਾਈਫ। ਕੁਝ ਜਿਹੜੀਆਂ ਚੀਜ਼ਾਂ ਜਿਹੜੀਆਂ ਪਾਵਰਸ ਆ ਜਾਂ ਕੁਝ ਆਬਜੈਕਟ ਆ ਲਾਈਫ ਦੇ, ਉਹਨੂੰ ਵਧੀਆ ਤਰੀਕੇ ਨਾਲ ਦਰਸਾਇਆ ਜਾ ਸਕਦਾ ਆ। The production of painting portraying the emperor, his court, and the people who were part of it was a source content tension between ruler and representative of the Muslim Orthodox, the ulama। ਕੋਰਟ ਦੇ ਵਿੱਚ ਕਈ ਅਜਿਹੇ ਲੋਕ ਸੀਗੇ, ਕੋਰਟ ਦੇ ਦੀਵਾਨ ਦੇ ਕਈ ਅਜਿਹੇ ਲੋਕ ਸੀਗੇ ਜਾਂ ਪਾਰਟ ਸੀਗਾ ਜਾਂ ਕੋਰਟ ਦਾ, ਉਹ ਇਸ ਚੀਜ਼ ਨੂੰ ਪਸੰਦ ਨਹੀਂ ਸੀ ਕਰਦੇ ਕਿ ਕਿਸੇ ਦੀ ਰਿਪਰੈਜ਼ੈਂਟਿੰਗ ਕਰਨਾ। ਮੁਸਲਿਮ ਆਰਥੋਡਾਕਸ ਦੇ ਵਿੱਚ ਉਲਮਾ ਜਿਹੜੇ ਸੀਗੇ ਉਹ ਇਸ ਚੀਜ਼ ਨੂੰ ਪਸੰਦ ਨਹੀਂ ਸੀ ਕਰਦੇ, ਕਿਸੇ ਦੀ ਜਿਹੜੀ ਜੀਵਨੀ ਬਾਰੇ ਜਾਂ ਕਿਸੇ ਦੀ ਫੋਟੋ ਬਣਾਉਣਾ ਉਹਨਾਂ ਨੂੰ ਸਹੀ ਨਹੀਂ ਸੀ ਲੱਗਦਾ। ਦੇ ਲੈਟਰ ਡਿਡ ਨਾਟ ਫਾਲ ਇਨਵੋਕ ਦਾ ਇਸਲਾਮਿਕ ਪ੍ਰੋਬੇਸ਼ਨ ਆਫ ਦਾ portraying of human being in sides of the Quran as well as the Hadith। He described accident from the life of Prophet Muhammad। ਉਹਨਾਂ ਨੂੰ ਕੁਰਾਨ ਦੀਆਂ ਕੁਝ ਜਿਹੜੀਆਂ ਆਇਤਾਂ ਲਿਖੀਆਂ ਜਾਂਦੀਆਂ ਸੀਗੀਆਂ ਪੇਂਟਿੰਗ ਦੇ ਨਾਲ ਉਹ ਨਹੀਂ ਸੀ ਸਹੀ ਲੱਗਦੀਆਂ, ਜਾਂ ਲਾਈਫ ਜਿਹੜੀ ਮੁਹੰਮਦ ਸਾਹ ਦੀ ਲਾਈਫ ਆ ਉਹਨੂੰ ਡਿਸਕ੍ਰਾਈਬ ਕਰਨਾ ਪੇਂਟਿੰਗ ਦੇ ਰੂਪ ਦੇ ਵਿੱਚ ਉਹ ਵੀ ਸਹੀ ਨਹੀਂ ਸੀ ਲੱਗਦਾ। Here the prophet is stated having proven the depictions of the living being in the naturalistic manner is a suggest that the artist was seeking from appropriate of the power of creation। ਉਹਨਾਂ ਦੇ ਅਨੁਸਾਰ ਮੁਹੰਮਦ ਸਾਹਿਬ ਜਿਹੜੇ ਆ ਉਹਨਾਂ ਨੂੰ ਇੱਕ ਲਿਵਿੰਗ ਬੀਇੰਗ ਦੇ ਵਿੱਚ ਦਿਖਾਉਣਾ, ਨੈਚੁਰਲਿਸਟਿਕ ਦੇ ਵਿੱਚ ਦਿਖਾਉਣਾ ਸਹੀ ਨਹੀਂ ਸੀ ਲੱਗਦਾ। ਔਰ ਉਹਨਾਂ ਨੇ ਦੇ ਅਨੁਸਾਰ ਜਿਹੜੀ ਜੇ ਉਹਨਾਂ ਦੀ ਤਸਵੀਰ ਬਣਾ ਦਿੱਤੀ ਜਾਊਗੀ ਜਾਂ ਤਸਵੀਰ ਬਣਾਉਂਦੇ ਆ ਉਹ ਆਰਟਿਸਟ ਕੀ ਆ ਕਿ ਉਹਨਾਂ ਦਾ ਇੱਕ ਹਿਸਾਬ ਦੀ ਪਾਵਰ ਉਹਨਾਂ ਕੋਲ ਹੋਗੀ ਕਿ ਰੱਬ ਨੂੰ ਬਣਾਉਂਦੇ ਆ। ਉਹਨਾਂ ਦਾ ਮੰਨਣਾ ਸੀਗਾ ਕਿ ਰੱਬ ਜਿਹੜਾ ਇਨਸਾਨ ਨੂੰ ਬਣਾਉਂਦਾ ਆ, ਅਤੇ ਜੇ ਆਰਟਿਸਟ ਇਸ ਤਰੀਕੇ ਨਾਲ ਕਰਨਗੇ ਤਾਂ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਇਨਸਾਨ ਵੱਲੋਂ ਗੋਡ ਨੂੰ ਨਹੀਂ ਬਣਾਇਆ ਜਾ ਸਕਦਾ। ਦਾ ਵਾਜ਼ ਅ ਫੰਕਸ਼ਨ ਡੈਟ ਵਾਜ਼ ਬਿਲੀਵ ਟੂ ਬੀ ਅਲੋਂਗ ਐਕਸਕਲੂਸਿਵ ਟੂ ਗੋਡ। ਔਰ ਕੋਈ ਵੀ ਜਿਹੜਾ ਰੱਬ ਤੋਂ ਉੱਚਾ ਨਹੀਂ ਆ।